ਪਿਛਲੇ ਦਿਨੀ ਤਕਨੀਕ ਦੀ ਮਦਦ ਨਾਲ ਇੱਕ 18 ਮਹੀਨੇ ਦੀ ਬੱਚੀ ਵੱਲੋਂ ਉਸਦੇ 8 ਸਾਲਾਂ ਦੇ ਭਰਾ ਨੂੰ ਜ਼ਿੰਦਗੀ ਦੇਣ ਦੀਆਂ ਖਬਰਾਂ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। BBC ਪੱਤਰਕਾਰ ਗੀਤਾ ਪਾਂਡੇ ਨੇ ਦਿੱਲੀ ਤੋਂ ਇਸ ਬਾਰੇ ਵਿਸਥਾਰ ਵਿੱਚ ਰਿਪੋਰਟ ਦਿੱਤੀ। ਕਾਵਿਆ ਸੋਲੰਕੀ ਦਾ ਜਨਮ ਸੇਵੀਅਰ ਸਿਬਲਿੰਗ ਯਾਨੀ ਕਿ ਕਿਸੇ ਵੱਡੇ ਭੈਣ ਜਾਂ ਭਰਾ ਦੀ ਜ਼ਿੰਦਗੀ ਬਚਾਉਣ ਲਈ ਪੈਦਾ ਕੀਤੇ ਗਏ ਬੱਚੇ ਦੇ ਤੌਰ ਤੇ ਅਕਤੂਬਰ 2018 ਵਿੱਚ ਹੋਇਆ ਸੀ ਅਤੇ ਮਾਰਚ ਵਿੱਚ ਜਦੋਂ ਉਹ 18 ਮਹੀਨਿਆਂ ਦੀ ਸੀ ਉਸ ਦਾ ਬੋਨ ਮੈਰੋ ਲਿਆ ਗਿਆ ਅਤੇ ਉਸ ਦੇ 7 ਸਾਲਾ ਭਰਾ ਅਭਿਜੀਤ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ। ਅਭਿਜੀਤ ਗੰਭੀਰ ਬਿਮਾਰੀ ਥੈਲੇਸੀਮੀਆ ਮੇਜਰ ਤੋਂ ਪੀੜਤ ਸੀ। ਇਸ ਬਿਮਾਰੀ ਕਾਰਨ ਉਸ ਦੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਬਹੁਤ ਘੱਟ ਸੀ ਅਤੇ ਉਸ ਨੂੰ ਅਕਸਰ ਖੂਨ ਚੜਾਉਣ ਦੀ ਲੋੜ ਪੈਂਦੀ ਸੀ। ਗੁਜਰਾਤ ਦੇ ਅਹਿਮਦਾਬਾਦ ਵਿੱਚ ਰਹਿੰਦੇ ਅਭਿਜੀਤ ਦੇ ਪਿਤਾ ਸਹਿਦੇਵ ਸਿੰਘ ਸੋਲੰਕੀ ਨੇ ਦੱਸਿਆ, ਹਰ 20-22 ਦਿਨਾਂ ਬਾਅਦ ਉਸ ਨੂੰ 350 ਮਿਲੀਲੀਟਰ ਤੋਂ 400 ਮਿਲੀਲੀਟਰ ਤੱਕ ਖੂਨ ਚੜਾਉਣ ਦੀ ਲੋੜ ਪੈਂਦੀ ਸੀ। 6 ਸਾਲ ਦੀ ਉਮਰ ਤੱਕ ਉਸ ਦਾ 80 ਵਾਰ ਖੂਨ ਬਦਲਿਆ ਗਿਆ। ਸੋਲੰਕੀ ਨੇ ਕਿਹਾ, ਅਭਿਜੀਤ ਦਾ ਜਨਮ ਮੇਰੀ ਪਹਿਲੀ ਬੇਟੀ ਤੋਂ ਬਾਅਦ ਹੋਇਆ ਸੀ। ਅਸੀਂ ਇੱਕ ਖੁਸ਼ ਪਰਿਵਾਰ ਸੀ। ਉਹ 10 ਮਹੀਨਿਆਂ ਦਾ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਉਸ ਨੂੰ ਥੈਲੇਸੀਮੀਆ ਹੈ। ਇੱਥੋਂ ਸਾਡਾ ਦੁੱਖ ਸ਼ੁਰੂ ਹੋਇਆ। ਉਸ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਸੀ ਅਤੇ ਉਹ ਅਕਸਰ ਬਿਮਾਰ ਹੋ ਜਾਂਦਾ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਤਾਂ ਮੇਰਾ ਦੁੱਖ ਦੁੱਗਣਾ ਹੋ ਗਿਆ। ਇਹ ਸਮਝਣ ਲਈ ਕਿ ਉਸ ਦੇ ਪੁੱਤਰ ਨੂੰ ਕੀ ਹੋਇਆ ਹੈ, ਉਹਨਾਂ ਨੇ ਬਿਮਾਰੀ ਸੰਬੰਧੀ ਪੜ੍ਹਨਾ ਸ਼ੁਰੂ ਕੀਤਾ ਅਤੇ ਮੈਡੀਕਲ ਮਾਹਰਾਂ ਨਾਲ ਮਸ਼ਵਰਾ ਵੀ ਕੀਤਾ। ਜਦੋਂ ਉਹਨਾਂ ਨੇ ਬੋਨ ਮੈਰੋ ਟ੍ਰਾਂਸਪਲਾਂਟ ਬਾਰੇ ਸੁਣਿਆ ਤਾਂ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ, ਪਰ ਪਰਿਵਾਰ ਦੇ ਕਿਸੇ ਮੈਂਬਰ ਦਾ ਬੋਨ ਮੈਰੋ ਮੇਲ ਨਾ ਖਾਧਾ। ਸਾਲ 2017 ਵਿੱਚ ਉਹਨਾਂ ਨੇ ਇੱਕ ਲੇਖ ਪੜ੍ਹਿਆ, ਸੇਵੀਅਰ ਸਿਬਲਿੰਗ। ਇਸ ਦਾ ਮਤਲਬ ਵੱਡੇ ਭੈਣ ਜਾਂ ਭਰਾ ਨੂੰ ਅੰਗ, ਸੈੱਲ ਜਾਂ ਬੋਨ ਮੈਰੋ ਦਾਨ ਕਰਨ ਲਈ ਬੱਚਾ ਪੈਦਾ ਕਰਨਾ। ਫਿਰ ਉਹ ਭਾਰਤ ਦੇ ਮੰਨੇ ਪ੍ਰਮੰਨੇ ਫਰਟੀਲਿਟੀ ਮਾਹਰ ਡਾਕਟਰ ਮਨੀਸ਼ ਬੈਂਕਰ ਕੋਲ ਗਏ। ਉਹਨਾਂ ਨੇ ਅਭਿਜੀਤ ਦੇ ਇਲਾਜ ਲਈ ਥੈਲੇਸੀਮੀਆ ਤੋਂ ਮੁਕਤ ਭਰੂਣ ਬਣਾਉਣ ਲਈ ਪ੍ਰੇਰਿਆ। ਸੋਲੰਕੀ ਨੇ ਸੇਵੀਅਰ ਸਿਬਲਿੰਗ ਦਾ ਰਾਹ ਚੁਣਿਆ ਕਿਉਂਕਿ ਹੋਰ ਕੋਈ ਬਦਲ ਨਹੀਂ ਸੀ। ਇੱਕ ਹਸਪਤਾਲ ਨੇ ਕਿਹਾ ਕਿ ਅਮਰੀਕਾ ਵਿੱਚ ਮੈਚ ਕਰਦੇ ਬੋਨ ਮੈਰੋ ਟਿਸ਼ੂ ਲੱਭ ਗਏ ਨੇ, ਪਰ ਇਸ ਦੀ ਕੀਮਤ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਸੀ। ਦਾਨ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨਹੀਂ ਸੀ, ਇਸ ਕਰਕੇ ਇਸ ਮਾਮਲੇ ਵਿੱਚ ਸਫਲਤਾ ਦੀ ਦਰ 20 ਤੋਂ 30% ਸੀ। ਤਾਂ ਫਿਰ ਕਿਸ ਤਕਨੀਕ ਰਾਹੀਂ ਹੋਇਆ ਬੱਚੀ ਦਾ ਜਨਮ? ਕਾਵਿਆ ਦੇ ਜਨਮ ਲਈ ਜਿਸ ਤਕਨੀਕ ਦੀ ਵਰਤੋਂ ਕੀਤੀ ਗਈ ਉਸ ਨੂੰ ਪ੍ਰੀ ਇੰਪਲਾਂਟੇਸ਼ਨ ਜੈਨੇਟਿਕ ਡਾਇਗਨੋਸਿਸ ਕਿਹਾ ਜਾਂਦਾ ਹੈ। ਇਸ ਰਾਹੀਂ ਬਿਮਾਰੀ ਪੈਦਾ ਕਰਨ ਵਾਲਾ ਜੀਨ ਭਰੂਣ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਭਾਰਤ ਵਿੱਚ ਹੁਣ ਤੋਂ ਕੁਝ ਸਾਲ ਪਹਿਲਾਂ ਕੀਤੀ ਗਈ ਸੀ, ਪਰ ਇਹ ਪਹਿਲੀ ਵਾਰ ਸੀ ਕਿ ਇਸ ਦੀ ਵਰਤੋਂ ਸੇਵੀਅਰ ਸਿਬਲਿੰਗ ਬਣਾਉਣ ਲਈ ਕੀਤੀ ਗਈ ਹੋਵੇ। ਡਾਕਟਰ ਬੈਂਕਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜਿਹਾ ਭਰੂਣ ਬਣਾਉਣ ਵਿੱਚ 6 ਮਹੀਨੇ ਲੱਗ ਗਏ। ਸਕਰੀਨ ਕਰਨਾ ਅਤੇ ਅਭਿਜੀਤ ਦੇ ਨਾਲ ਮੈਚ ਕਰਵਾਉਣਾ, ਜਦੋਂ ਇਹ ਪੂਰੀ ਤਰ੍ਹਾਂ ਮਿਲ ਗਿਆ ਤਾਂ ਉਸ ਨੂੰ ਮਾਂ ਦੀ ਕੁੱਖ ਵਿੱਚ ਰੱਖ ਦਿੱਤਾ ਗਿਆ। ਉਹਨਾਂ ਕਿਹਾ ਕਿ ਕਾਵਿਆ ਦੇ ਜਨਮ ਤੋਂ ਬਾਅਦ ਸਾਨੂੰ 16 ਤੋਂ 18 ਮਹੀਨਿਆਂ ਤੱਕ ਉਡੀਕ ਕਰਨੀ ਪੈਣੀ ਸੀ ਤਾਂ ਕਿ ਉਸ ਦਾ ਭਾਰ 10 ਤੋਂ 12 ਕਿਲੋ ਤੱਕ ਹੋ ਜਾਵੇ। ਬੋਨ ਮੈਰੋ ਟ੍ਰਾਂਸਪਲਾਂਟ ਮਾਰਚ ਵਿੱਚ ਕੀਤਾ ਗਿਆ। ਫਿਰ ਅਸੀਂ ਇਸ ਬਾਰੇ ਐਲਾਨ ਕਰਨ ਤੋਂ ਪਹਿਲਾਂ ਕੁਝ ਮਹੀਨੇ ਉਡੀਕਿਆ, ਇਹ ਦੇਖਣ ਲਈ ਕਿ ਬੋਨ ਮੈਰੋ ਲੈਣ ਵਾਲੇ ਨੇ ਇਸ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ ਜਾਂ ਨਹੀਂ। ਸੋਲੰਕੀ ਦਾ ਕਹਿਣਾ ਹੈ ਕਿ ਇਸ ਟ੍ਰਾਂਸਪਲਾਂਟ ਨੂੰ 7 ਮਹੀਨੇ ਹੋ ਚੁੱਕੇ ਨੇ ਅਤੇ ਅਭਿਜੀਤ ਨੂੰ ਕਿਸੇ ਹੋਰ ਟ੍ਰਾਂਸਫਿਊਜ਼ਨ ਦੀ ਲੋੜ ਨਹੀਂ ਪਈ। ਟ੍ਰਾਂਸਪਲਾਂਟ ਕਰਨ ਵਾਲੀ ਡਾਕਟਰ ਦੀਪਾ ਤ੍ਰਿਵੇਦੀ ਨੇ BBC ਗੁਜਰਾਤੀ ਦੇ ਅਰਜੁਨ ਪਰਮਾਰ ਨੂੰ ਦੱਸਿਆ ਕਿ ਇਸ ਪ੍ਰਕਿਰਿਆ ਤੋਂ ਬਾਅਦ ਕਾਵਿਆ ਦਾ ਹੀਮੋਗਲੋਬਿਨ ਪੱਧਰ ਕੁਝ ਘਟਿਆ ਸੀ ਅਤੇ ਜਿਸ ਜਗ੍ਹਾ ਤੋਂ ਬੋਨ ਮੈਰੋ ਲਿਆ ਗਿਆ ਸੀ ਉਸ ਥਾਂ ਤੇ ਦਰਦ ਸੀ, ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ। ਪਰ ਕਾਵਿਆ ਦੇ ਜਨਮ ਨੇ ਕਈ ਸਵਾਲ ਵੀ ਖੜੇ ਕੀਤੇ। ਅਮਰੀਕਾ ਵਿੱਚ 20 ਸਾਲ ਪਹਿਲਾਂ ਆਪਣੀ ਭੈਣ, ਜੋ ਕਿ ਭਰੂਣ ਨਾਲ ਸੰਬੰਧਿਤ ਜੈਨੇਟਿਕ ਬਿਮਾਰੀ ਫੈਨਕੋਨੀ ਅਨੀਮੀਆ ਤੋਂ ਪੀੜਤ ਸੀ, ਉਸ ਨੂੰ ਸੈੱਲ ਦਾਨ ਕਰਨ ਲਈ ਪੈਦਾ ਕੀਤਾ ਗਿਆ ਐਡਮ ਨੈਸ਼ ਦੁਨੀਆ ਦਾ ਪਹਿਲਾ ਸੇਵੀਅਰ ਸਿਬਲਿੰਗ ਮੰਨਿਆ ਜਾਂਦਾ ਹੈ। ਉਸ ਸਮੇਂ ਬਹੁਤ ਸਾਰੇ ਸਵਾਲ ਉੱਠੇ ਸੀ ਕਿ ਮਾਤਾ-ਪਿਤਾ ਨੂੰ ਉਸ ਬੱਚੇ ਦੀ ਸੱਚੀ ਇੱਛਾ ਸੀ ਜਾਂ ਫਿਰ ਸਿਰਫ ਭੈਣ ਨੂੰ ਬਚਾਉਣ ਲਈ ਮੈਡੀਕਲ ਪਦਾਰਥ ਵਜੋਂ ਹੀ ਬਣਾਇਆ ਗਿਆ। ਕਈਆਂ ਨੇ ਇਹ ਸਵਾਲ ਵੀ ਚੁੱਕਿਆ ਕਿ ਕੀ ਇਸ ਦੀ ਵਰਤੋਂ ਡਿਜ਼ਾਈਨਰ ਬੱਚੇ ਬਣਾਉਣ ਲਈ ਵੀ ਕੀਤੀ ਜਾਏਗੀ। ਇਹ ਚਰਚਾ ਫਿਰ ਤੋਂ ਛਿੜ ਗਈ ਜਦੋਂ UK ਨੇ ਆਪਣੇ ਪਹਿਲੇ ਸੇਵੀਅਰ ਸਿਬਲਿੰਗ ਬਾਰੇ ਦੁਨੀਆ ਨੂੰ ਦੱਸਿਆ। ਕਾਵਿਆ ਦੇ ਜਨਮ ਨੇ ਵੀ ਭਾਰਤ ਵਿੱਚ ਅਜਿਹੇ ਸਵਾਲ ਖੜੇ ਕਰ ਦਿੱਤੇ ਨੇ ਕਿ ਕੀ ਬੱਚੇ ਕੋਈ ਪਦਾਰਥ ਨੇ ਅਤੇ ਕੀ ਇੱਕ ਸੰਪੂਰਨ ਰੂਪ ਵਿੱਚ ਤੰਦਰੁਸਤ ਭਰੂਣ ਖਰੀਦਣਾ ਨੈਤਿਕ ਤੌਰ ਤੇ ਸਹੀ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਅਤੇ ਮਨੁੱਖੀ ਜੀਨ ਬਦਲਾਅ ਦੇ ਨੈਤਿਕ ਵਰਤਾਰੇ ਦੇ ਮਾਹਰ ਜੌਨ ਐਵਨਸ ਨੇ ਕਿਹਾ, ਇਹ ਇੱਕ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਨੈਤਿਕ ਮਸਲਾ ਹੈ। ਜਰਮਨ ਦਾਰਸ਼ਨਿਕ ਐਮਨੂਅਲ ਕੈਂਟ ਦਾ ਕਹਿਣਾ ਹੈ ਕਿ ਤੁਸੀਂ ਕਿਸੇ ਦੂਜੇ ਨੂੰ ਸਿਰਫ ਆਪਣੇ ਫਾਇਦੇ ਲਈ ਇਸਤੇਮਾਲ ਨਹੀਂ ਕਰ ਸਕਦੇ। ਪ੍ਰੋਫੈਸਰ ਐਵਨਸ ਦਾ ਕਹਿਣਾ ਹੈ ਕਿ ਇੱਕ ਤਰੀਕਾ ਹੋ ਸਕਦਾ ਹੈ ਕਿ ਬੱਚੇ ਦੀ ਧੁੰਨੀ ਵਿੱਚੋਂ ਸੈੱਲ ਲਏ ਜਾਣ ਅਤੇ ਦੂਜਾ ਉਸਦੇ ਕਿਸੇ ਅੰਗ ਦੀ ਵਰਤੋਂ ਕੀਤੀ ਜਾਏ। ਬੋਨ ਮੈਰੋ ਇਹਨਾਂ ਦੋਵਾਂ ਦੇ ਦਰਮਿਆਨ ਆਉਂਦਾ ਹੈ। ਇਹ ਨਹੀਂ ਕਿ ਇਸ ਵਿੱਚ ਬਿਲਕੁਲ ਵੀ ਖਤਰਾ ਨਹੀਂ, ਪਰ ਉਨਾ ਨਹੀਂ ਜਿੰਨਾ ਕੋਈ ਅੰਗ ਲੈਣ ਵਿੱਚ ਹੈ, ਜੋ ਡੋਨਰ ਨੂੰ ਉਮਰ ਭਰ ਲਈ ਪ੍ਰਭਾਵਿਤ ਕਰੇਗਾ। ਪੱਤਰਕਾਰ ਅਤੇ ਲੇਖਕ ਨਮਿਤਾ ਪਾਂਡਰੇ ਮੁਤਾਬਕ ਭਾਰਤੀ ਰੈਗੂਲੇਟਰੀ ਢਾਂਚਾ ਇੰਨਾ ਮਜ਼ਬੂਤ ਨਹੀਂ ਹੈ ਅਤੇ ਇਹ ਅਜਿਹਾ ਸੰਦੂਕ ਖੋਲ੍ਹਣ ਵਰਗਾ ਹੈ ਜਿਸ ਤੋਂ ਬਾਅਦ ਸਮੱਸਿਆਵਾਂ ਵੀ ਪੈਦਾ ਹੋਣਗੀਆਂ।
ਉਹਨਾਂ ਨੇ ਕਿਹਾ ਕਿ ਮੈਂ ਸੋਲੰਕੀ ਪਰਿਵਾਰ ਬਾਰੇ ਕੋਈ ਰਾਏ ਜਾਂ ਫੈਸਲਾ ਨਹੀਂ ਦੇਣਾ ਚਾਹੁੰਦੀ। ਮਾਪੇ ਹੋਣ ਦੇ ਨਾਤੇ ਅਜਿਹੀ ਸਥਿਤੀ ਵਿੱਚ ਮੈਂ ਵੀ ਅਜਿਹਾ ਹੀ ਕੀਤਾ ਹੁੰਦਾ। ਪਰ ਜੋ ਸਾਨੂੰ ਚਾਹੀਦਾ ਹੈ ਉਹ ਹੈ ਰੈਗੂਲੇਟਰੀ ਪ੍ਰਬੰਧ। ਸਭ ਤੋਂ ਪਹਿਲਾਂ ਘੱਟੋ-ਘੱਟ ਜਨਤਕ ਵਿਚਾਰ ਚਰਚਾ ਦੀ ਲੋੜ ਹੈ। ਇਸ ਵਿੱਚ ਨਾ ਸਿਰਫ ਮੈਡੀਕਲ ਮਾਹਰ ਪਰ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਕਾਰਕੁਨ ਵੀ ਹਿੱਸਾ ਲੈਣ। ਉਧਰ ਸਰਕਾਰੀ ਅਫਸਰ ਸੋਲੰਕੀ ਦਾ ਕਹਿਣਾ ਹੈ ਕਿ ਸਾਰੇ ਮਾਪੇ ਇੱਕ ਤੰਦਰੁਸਤ ਬੱਚਾ ਚਾਹੁੰਦੇ ਨੇ ਅਤੇ ਇਸ ਵਿੱਚ ਕੁਝ ਵੀ ਅਨੈਤਿਕ ਨਹੀਂ ਹੈ। ਜੇ ਤੁਸੀਂ ਆਪਣੇ ਬੱਚੇ ਦੀ ਸਿਹਤ ਬਿਹਤਰ ਕਰਨਾ ਚਾਹੁੰਦੇ ਹੋ, ਲੋਕ ਕਿਸੇ ਵੀ ਬਹਾਨੇ ਬੱਚੇ ਪੈਦਾ ਕਰਦੇ ਨੇ, ਪਰਿਵਾਰ ਦਾ ਨਾਮ ਚੱਲਦਾ ਰੱਖਣ ਲਈ ਤੇ ਇੱਥੋਂ ਤੱਕ ਕਿ ਆਪਣੇ ਇਕਲੌਤੇ ਬੱਚੇ ਨੂੰ ਸਾਥ ਦੇਣ ਲਈ ਵੀ। ਮੇਰੇ ਇਰਾਦਿਆਂ ਦੀ ਪੜਤਾਲ ਕਿਉਂ ਹੋਵੇ? ਡਾਕਟਰ ਬੈਂਕਰ ਦਾ ਕਹਿਣਾ ਹੈ ਕਿ ਜੇ ਤਕਨੀਕ ਦੀ ਮਦਦ ਨਾਲ ਬਿਮਾਰੀ ਮੁਕਤ ਬੱਚੇ ਪੈਦਾ ਕੀਤੇ ਜਾ ਸਕਦੇ ਨੇ ਤਾਂ ਅਸੀਂ ਅਜਿਹਾ ਕਿਉਂ ਨਾ ਕਰੀਏ। ਉਹਨਾਂ ਨੇ ਕਿਹਾ ਕਿ ਇਸ ਇਲਾਜ ਤੋਂ ਪਹਿਲਾਂ ਅਭਿਜੀਤ ਦੀ ਜੀਵਨ ਦਰ 25 ਤੋਂ 30 ਸਾਲ ਸੀ।